ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 43ਵਾਂ 43। ਸ਼ਲੋਕ ਮਹਲਾ ਪਹਿਲਾ। ਸਿਮਲ ਰੁਖ ਸਰੈਰਾ ਅਤ ਦੀਰਘ ਅਤ ਮੂਚ, ਹੋਈ ਜੇ ਆਵੇ ਆਸ ਕਰ, ਜਾਏ ਨਿਰਾਸੇ ਕਿਤ। ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪਤ। ਮਿਟਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਈ। ਧਰਤ ਰਾਜੂ ਤੋਲੀਐ, ਨਿਵੇ ਸੋ ਗੌਰਾ ਹੋਈ। ਅਪਰਾਧੀ ਦੂਣਾ ਨਿਵੇ, ਜੋ ਹੰਤਾ ਮਿਰਗਾਏ। ਸੀਸ ਨਵਾਈਏ ਕਿਆ ਥੀਏ, ਜਾਂ ਹਿਰਦੇ ਕੁਸੱਦੇ ਜਾਏ। ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਛ। ਬਹੁਤ ਵੱਡਾ ਵ੍ਰਿਸ਼ ਹੈ ਭਾਈ ਸਿਮਲ ਦਾ। ਲਾਲ ਲਾਲ ਫੁੱਲ ਹੁੰਦੇ ਆ। ਉਹ ਜ਼ਿਆਦਾ ਗੁਜਰਾਤ, ਮੱਧਿਆ ਪ੍ਰਦੇਸ਼, ਕਰਨਾਟਕ 'ਚ ਦੇਖਿਆ ਜਾਂਦਾ ਵਾ। ਅਸੀਂ ਉੱਥੇ ਹੀ ਦੇਖਿਆ ਜ਼ਿਆਦਾ। ਲਾਲ ਲਾਲ ਫੁੱਲ ਹੁੰਦੇ ਆ। ਉਹਦੇ ਸਾਰੇ ਵ੍ਰਿਸ਼ ਦੇ ਛੋਟੇ ਛੋਟੇ ਕੰਡੇ ਹੁੰਦੇ ਆ, ਪਰ ਦੀਂਦੇ ਨਹੀਂ ਹੈਗੇ ਇੰਨੇ। ਉਹਦੇ ਫੁੱਲ ਵੀ ਐਸੇ ਹੁੰਦੇ, ਫਲ ਵੀ ਉਹਦਾ ਫਿੱਕਾ ਹੀ ਹੁੰਦਾ, ਪੱਤੇ ਵੀ ਉਹਦੇ ਕੰਮ ਨਹੀਂ ਆਉਂਦੇ। ਉਹ 'ਚ ਬਹੁਤ ਵੱਡਾ ਹੁੰਦਾ ਹੈ। ਮੁੱਛ ਤੋਂ ਭਾਵ ਬਹੁਤ ਵੱਡਾ ਹੁੰਦਾ। ਉਹਦਾ ਪ੍ਰਮਾਣ ਦੇ ਕੇ ਸਤਿਗੁਰ ਆਪਾਂ ਨੂੰ ਸਮਝਾ ਰਹੇ। ਬਾਣੀ ਸਾਰੀ ਹੀ ਆਪਾਂ ਨੂੰ ਦੋ ਪੱਖ ਸਮਝਾਉਂਦੀ ਹੈ, ਸੱਚ ਔਰ ਝੂਠ। ਜਿਹੜੇ ਸੰਸਾਰੀ ਪ੍ਰਮਾਣ ਹੁੰਦੇ ਆਪਾਂ ਨੂੰ ਨਿਰਾਕਾਰ ਦੁਨੀਆ ਨੂੰ ਸਮਝਣ ਖਾਤਰ ਹੁੰਦੇ ਆ ਭਾਈ। ਕਿਉਂਕਿ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਆਪਣਾ। ਉਹ ਨਿਰਾਕਾਰ ਦੁਨੀਆ ਭਾਵ ਆਕਾਰ ਤੋਂ ਰਹਿਤ ਹੈ। ਉਹਦਾ ਗੁਣਮय ਉਹ ਦੀਂਦਾ ਹੀ ਨਹੀਂਗਾ। ਮਨ ਕਿਸੇ ਨੂੰ ਦੀਂਦਾ ਆਉਂਦਾ, ਨਾ ਜਾਂਦਾ ਦੀਂਦਾ। ਜਦੋਂ ਬੱਚਾ ਜਨਮ ਲੈ ਕੇ ਸਾਹ ਲੈਂਦਾ ਅਸੀਂ ਖੁਸ਼ ਹੋ ਜਾਂਦੇ ਹਾਂ, ਜਦੋਂ ਸਾਹ ਬੰਦ ਹੁੰਦਾ ਅਸੀਂ ਰੋਣ ਲੱਗ ਜਾਂਦੇ। ਇੰਨੀ ਕੁ ਦ੍ਰਿਸ਼ਟੀ ਹੁੰਦੀ ਹੈ ਸਾਡੀ। ਸੰਸਾਰੀ ਜੀਵ ਆ, ਅਸੀਂ ਝੂਠ ਬਹੁਤ ਬੋਲਦੇ ਹਾਂ, ਕਿਉਂਕਿ ਸੰਸਾਰ ਝੂਠ ਹੈ। ਮਨ ਦਾ ਸੁਭਾਅ ਝੂਠਾ ਹੈ ਬੋਲਣਾ। ਮਨ ਝੂਠਾ ਜੰਮ ਜੋਇਆ, ਜੰਮ ਛੱਡਦੇ ਨਹੀਂ ਇਹਨੂੰ। ਜੇ ਝੂਠ ਤੋਂ ਬਚਣਾ ਤਾਂ ਫਿਰ ਇਹ ਹਰ ਕਥਾ ਹੈ, ਬਾਣੀ ਸੁਣਨੀ ਪਊਗੀ ਆਪਾਂ ਨੂੰ। ਸਭ ਤੋਂ ਉੱਚੀ ਮੱਤ ਹੈ ਇਹ। ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਗੁਰਮਤ ਮਾਰਗ ਹੈ ਇਹ, ਗਿਆਨੀਆਂ ਦਾ ਮਾਰਗ ਹੈ। ਪਰ ਹਾਂ, ਸਾਨੂੰ ਸਮਝ ਨਹੀਂ ਆਉਂਦਾ, ਤਾਂ ਕਰਕੇ ਅਸੀਂ ਭਟਕ ਜਾਂਦੇ ਹਾਂ। ਸਾਡੀ ਮਨਬੁੱਧੀ ਦਾ ਵਿਸ਼ਾ ਹੀ ਨਹੀਂ ਗਾ, ਪਰ ਅਸੀਂ ਆਪਦੀ ਬੁੱਧ ਨੇ ਇਹਨੂੰ ਅਰਥਾ ਰਹੇ ਹਾਂ, ਤਾਈਓ ਭਟਕ ਜਾਂਦੇ ਹਾਂ। ਇਹ ਸਾਡੀ ਬੁੱਧੀ ਦਾ ਵਿਸ਼ਾ ਨਹੀਂ ਹੈਗਾ। ਕਿੱਥੇ ਗੁਰ ਕੀ ਮੱਤ, ਕਿੱਥੇ ਸਾਡੀ ਮੱਤ। ਐਸੇ ਐਸੇ ਪ੍ਰਮਾਣ ਦਿੱਤੇ ਨੇ ਗੁਰੂ ਸਾਹਿਬਾਨਾਂ ਨੇ, ਰਹਿਮਤ ਕੀਤੀ ਹੈ ਸਾਨੂੰ ਸਮਝਾਉਣ ਖਾਤਰ। ਜਿੰਨੀਆਂ ਮਾਨਵ ਸੋਚਾਂ ਨੇ, ਵੱਡੇ ਵੱਡੇ ਧਰਮ ਦੇਖਦੇ ਹੀ ਆਪਾਂ ਸੰਸਾਰ 'ਚ ਕਿੱਡੇ ਕਿੱਡੇ ਧਰਮ ਫੈਲਦੇ ਨੇ। ਫਿਰ ਉਹਨਾਂ ਦਾ ਲਾਸਟ ਕੀ ਹੁੰਦਾ ਹੈ, ਉਹਨਾਂ ਧਰਮ ਗੁਰੂਆਂ ਦਾ ਕੀ ਹਾਲ ਹੁੰਦਾ ਵਿਚਾਰਿਆਂ ਦਾ। ਜੀਵਨ ਖਰਾਬ ਹੋ ਜਾਂਦਾ ਉਹਨਾਂ ਦਾ। ਆਪ ਡੁੱਬੇ ਚੋਂ ਵੇਦ ਮੇ, ਵੇਦ ਤੋਂ ਭਾਵ ਗਿਆਨ। ਆਪ ਡੁੱਬ ਜਾਂਦੇ ਨੇ, ਚੇਲੇ ਦੀ ਇਹ ਬਹਾਏ। ਫਿਰ ਆਪਾਂ ਕੀ ਕਰੀਏ? ਆਪਾਂ ਤਾਂ ਗੁਰ ਕੇ ਚਰਨ ਫੜੀਏ ਭਾਈ। ਜੇ ਕੋਈ ਨਹੀਂ ਇੱਧਰ ਆਉਂਦਾ, ਉਹਦਾ ਜੀਵਨ ਹੈ, ਉਹਨੇ ਜਵਾਬ ਦੇਣਾ। ਆਪਾਂ ਤਾਂ ਗੁਰ ਕੇ ਚਰਨ ਫੜੀਏ। ਜਿਹੜੇ ਗੁਰਬਾਣੀ ਦੇ ਨੇੜੇ ਨੇ ਉਹ ਤਾਂ ਗੁਰਬਾਣੀ ਨੂੰ ਸੁਣ ਸਕਦੇ ਨੇ, ਵਿਚਾਰ ਸਕਦੇ ਨੇ। ਇਹਦੀ ਵਿਧੀ ਹੈ ਸੁਣਨ ਦੀ, 10 ਪੌੜੀਆਂ ਸੁਣਨ ਤੱਕ ਨੇ। ਜੋ ਸੰਸਾਰ ਦੀਆਂ ਮੱਤਾਂ ਬਾਰੇ ਸਤਿਗੁਰਾਂ ਨੇ ਸਮਝਿਆ, ਉਹ ਆਪਾਂ ਨੂੰ ਸਮਝਾਇਆ, ਆਪਾਂ ਨੂੰ ਉਪਦੇਸ਼ ਦਿੱਤਾ ਸੁਣਨ ਦਾ। ਸੁਣ ਕੇ ਵਿਚਾਰਨੀ, ਗੁਰੂ ਤੋਂ ਪੜ੍ਹਨਾ। ਭਾਵ ਹੈ ਗੁਰੂ ਨੂੰ ਸੁਣਨਾ, ਫਿਰ ਉਹ 'ਚ ਵਿਚਾਰਨਾ। ਉਹਨੂੰ ਗੁਰੂ ਤੋਂ ਪੜ੍ਹਨਾ ਕਹਿੰਦੇ। ਆਪਾਂ ਤਾਂ ਗੁਰੂ ਨੂੰ ਉਪਦੇਸ਼ ਕਰਦੇ ਹਾਂ ਗੁਰੂ ਘਰਾਂ ਜਾ ਕੇ। ਕਬੀਰ ਔਰੋਂ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬਗਾਨੀ ਰੱਖਤੇ, ਖਾਇਆ ਕਰ ਕਾ ਖੇਤ। ਜਿੰਨੇ ਉਪਦੇਸ਼ਕ ਨੇ, ਜਿੰਨੇ ਧਰਮ ਗੁਰੂ ਬਣੇ ਹੋਏ ਨੇ, ਜਿੰਨੇ ਪ੍ਰਚਾਰਕ ਨੇ, ਸਭ ਇੱਕ ਦੂਏ ਦੇ ਉੱਪਰ ਦੀ। ਪੜ੍ਹਿਆ ਹੋਵੇ ਗੁਨੇਗਾਰ ਪਿੱਛੇ ਵਿਚਾਰਿਆ, ਫਿਰ ਸਜ਼ਾ ਭੁਗਤਦੇ ਨੇ ਭਾਈ। ਆਪਾਂ ਇਹ ਗਲਤੀ ਨਹੀਂ ਕਰਨੀ। ਆਪਾਂ ਗੁਰੂ ਕੇ ਸਿੱਖ ਬਣਨਾ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਵੇ ਪਾਰ। ਫਿਰ ਪਾਰ ਨਿਕਲਾਂਗੇ ਆਪਾਂ। ਗੁਰ ਵਿਚਾਰ ਤੋਂ ਭਾਵ ਗਿਆਨ ਦੀ ਮੱਤ ਹੈ ਇਹ। ਗਿਆਨ ਲੈਣਾ ਆਪਾਂ, ਇਹੀ ਸਿੱਖੀ ਹੈ। ਇਹ ਆਤਮਾ ਕਰਕੇ ਸਿੱਖੀ ਹੈ। ਜਿਹੜੀ ਬਾਹਰ ਸਿੱਖੀ ਉਹ ਸਰੀਰ ਕਰਕੇ। ਉਹ ਤਾਂ ਸਾਰੇ ਅਸੀਂ ਪੂਰਨ ਹੋ ਜਾਂਦੇ ਹਾਂ। ਸਾਰੇ ਧਰਮ ਹੀ ਆਪਦੇ ਆਪ ਨੂੰ ਪੂਰਨ ਮੰਨਦੇ, ਆਤਮਾ ਤੋਂ ਕੋਰੇ ਹੁੰਦੇ ਆ। ਤਾਈਓ ਤਾਂ ਸਰੀਰ ਦੀ ਗਤੀ ਕਰੀ ਜਾਂਦੇ। ਜੇ ਬਾਹਲੇ ਸਿਆਣੇ, ਗਤੀ ਆਤਮਾ ਦੀ ਹੋਣੀ ਆ। ਇੱਥੇ ਪ੍ਰਮਾਣ ਦੇ ਕੇ ਸਤਿਗੁਰ ਸਮਝਾ ਰਹੇ ਨੇ ਵੀ ਭਾਈ ਉਹ ਹਾਲ ਹੈ। ਸਿਮਲ ਰੁਖ ਸਰੈਰਾ ਐਡਾ ਵੱਡਾ
ਹੁੰਦਾ ਜਾਨਵਰ ਜਾਂਦੇ ਆ, ਪੰਛੀ ਬੜੀ ਆਸ ਲੈ ਕੇ ਵਿਚਾਰੇ ਫਿਰ ਨਿਰਾਸ਼ੇ ਹੋ ਕੇ ਮੁੜੇ ਆਉਂਦੇ ਆ, ਕਿਉਂਕਿ ਨਾ ਤਾਂ ਉਹਨੂੰ ਖਾਣ ਨੂੰ ਮਿਲਦਾ ਉੱਥੇ ਕੁਛ, ਨਾ ਹੀ ਛਾਂ ਇਹਦੀ ਇੰਨੀ ਵਧੀਆ ਹੁੰਦੀ, ਵੱਡਾ ਦਰਖਤ ਬਹੁਤ ਹੁੰਦਾ ਉਹ। ਇਵੇਂ ਧਰਮ ਬਹੁਤ ਵੱਡੇ ਵੱਡੇ ਬਣੇ ਹੋਏ ਆ, ਪਰ ਉੱਥੇ ਵੀ ਜਾਂਦੇ ਨੇ, ਗੁਰਸਿੱਖ ਸੰਗਤ ਜਾਂਦੀ ਹੈ, ਪਰ ਨਿਰਾਸ਼ੇ ਮੁੜੇ ਆਉਂਦੇ ਨੇ। ਨਿਰਾਸ਼ੇ ਵੀ ਮੁੜ ਕੇ ਆਉਂਦੇ ਔਰ ਕੰਡੇ ਵੀ ਬੀਜ ਆਉਂਦੇ ਨੇ। ਜਿਵੇਂ ਉਹ ਦਰਖਤ ਦੇ ਸਿਮਲ ਦੇ ਕੰਡੇ ਹੁੰਦੇ ਨਾ, ਐਂ ਕੰਡੇ ਬੀਜ ਕੇ ਆਉਂਦੇ ਅਸੀਂ। ਕੰਡੇ ਕੀ ਨੇ? ਫਰੀਦਾ ਲੋੜੇ ਦਾਖ ਬਿਜੋਰੀਆਂ, ਕੰਡੇ ਬੀਜ ਕੇ ਬਿਜੌਰ ਦੇ ਮਿੱਠੇ ਪਦਾਰਥ ਭਾਲਦਾ ਮੈਂ, ਉੱਥੇ ਕੀ ਮਿਲਣਾ ਆਪਾਂ ਨੂੰ ਭਾਈ? ਫਿਰ ਕੀ ਹਾਲ ਹੁੰਦਾ ਆਪਣਾ ਦੇਖ ਲਓ। ਇੰਨਾ ਤਾਂ ਆਪਾਂ ਨੂੰ ਗਿਆਨ ਹੁੰਦਾ ਹੀ ਹੈ, ਪਰ ਆਪਾਂ ਫਸ ਜਾਂਦੇ ਹਾਂ। ਆਪਾਂ ਗੁਰ ਕੀ ਮੱਤ ਲੈਣੀ ਹੈ, ਫਿਰ ਪਾਰ ਨਿਕਲਾਂਗੇ। ਗੁਰ ਕੀ ਮੱਤੂ ਲਿਹੋ ਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਪ੍ਰਮਾਣਿਤ ਸਤਿਗੁਰ ਸਮਝਾ ਰਹੇ ਨੇ, ਸਿਮਲ ਰੁੱਖ ਸੁਰੈਰਾ ਅਤ ਦੀਰਘਤ ਮੁੱਚ। ਬਹੁਤ ਵੱਡਾ ਹੁੰਦਾ ਇਵੇਂ ਸੰਸਾਰ ਦੇ ਵਿੱਚ ਵੱਡੀਆਂ ਵੱਡੀਆਂ ਮੱਤਾਂ ਨੇ, ਅਸੀਂ ਫਸ ਜਾਂਦੇ, ਲਾਲਚ ਆ ਜਾਂਦੇ, ਬਹੁਤ ਦੁਨੀਆ ਦੇ ਮਗਰ ਲੱਗੀ ਹੋਈ ਹੈ, ਪਤਾ ਨਹੀਂ ਕੀ ਗੱਲ ਹੈ। ਜੈ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਇੱਕ ਔਖੀ ਘਾਟੀ ਰਾਮ ਕੀ ਤਹਿ ਚੜ੍ਹ ਰਿਓ ਕਬੀਰ। ਇਹ ਔਖੀ ਘਾਟੀ, ਇੱਧਰ ਨੂੰ ਕੋਈ ਚੜ੍ਹ ਕੇ ਰਾਜੀ ਨਹੀਂ ਹੈਗਾ। ਫਿਰ ਕਾਲ ਨੇ ਵੀ ਨਹੀਂ ਛੱਡਣਾ ਹੈਗਾ, ਇੰਨਾ ਖਿਆਲ ਕਰ ਲਿਓ। ਗੁਰੂ ਤੋਂ ਬਿਨਾਂ ਤੁਹਾਨੂੰ ਕਾਲ ਤੋਂ ਕਿਸੇ ਨੇ ਨਹੀਂ ਬਚਾਉਣਾ। ਗੁਰੂ ਤੋਂ ਬਿਨਾਂ ਬਾਂਹ ਪਕੜ ਗੁਰ ਕਾਢਿਆ, ਸੋਈ ਉਤਰਿਆ ਪਰ ਉਹੀ ਪਾਰ ਨਿਕਲੂ ਇੱਥੋਂ ਜਿਹੜੇ ਗੁਰ ਸ਼ਬਦ ਨਾਲ ਲੱਗਣਗੇ, ਗੁਰ ਸ਼ਬਦ ਦੀ ਕਮਾਈ ਕਰਨਗੇ। ਇਹ ਭਗਤ ਮਾਰਗ ਹੈ। ਐਡੇ ਵੱਡੇ ਦਰਖਤ ਦੀ ਮਿਸਾਲ ਦਿੱਤੀ ਹੈ ਸਤਿਗੁਰਾਂ ਨੇ, ਪ੍ਰਮਾਣ ਦਿੱਤਾ ਹੈ ਵੀ ਉਹ ਜਾਨਵਰ ਭੁੱਖੇ ਆ ਜਾਂਦੇ ਨੇ, ਨਿਰਾਸ਼ੇ ਹੋ ਕੇ ਆ ਜਾਂਦੇ, ਫਿਰ ਆਪਾਂ ਕੀ ਉੱਥੇ ਲੈ ਕੇ ਉਹਨੇ ਆਪਣੀ ਝੋਲੀ 'ਚ ਕੀ ਪੈਂਦਾ? ਹੰਕਾਰ। ਫਿਰ ਹੰਕਾਰ ਤਾਂ ਕਾਲ ਹੈ ਭਾਈ। ਅਨਕ ਤਪੱਸਿਆ ਕਰੇ ਹੰਕਾਰ। ਅਸੀਂ ਸਤਸੰਗਤ ਵੀ ਇੱਥੇ ਕਰੀ ਜਾਂਦੇ ਹਾਂ। ਸੱਚ ਦਾ ਕਦੇ ਦਰਸ਼ਨ ਹੋਇਆ? ਸਤ ਸੰਗਤ ਹੁੰਦੀ ਹੈ ਸੱਚ ਦਾ ਦਰਸ਼ਨ, ਸੱਚ ਨਾਲ ਸੰਗਤ। ਉਹ ਤਾਂ ਮਨ ਬੁੱਧੀ ਕਰਨਗੇ, ਅਸੀਂ ਸਰੀਰ ਕਰਕੇ ਕਰੇ ਆਉਂਦੇ ਹਾਂ। ਕਬੀਰ ਮਨ ਪੰਖੀ ਪਿਓ ਦਹਿਦ ਸੁੱਡ ਜਾਏ। ਕੀ ਸਮਝਾਉਂਦੇ ਆ ਸਤਿਗੁਰ ਵੀ ਜਿਵੇਂ ਭਾਈ ਉਹ ਪੰਛੀ ਵਿਚਾਰੇ ਨਿਰਾਸ਼ਾ ਹੋ ਕੇ ਆਉਂਦੇ, ਇਵੇਂ ਸਾਡਾ ਜੀਵਨ ਖਰਾਬ ਹੋ ਜਾਂਦਾ। ਫਿਰ ਆਪਾਂ ਕੀ ਕਰੀਏ? ਆਪਾਂ ਗੁਰ ਕੇ ਚਰਨ ਫੜਨੇ ਆ। ਬਾਣੀ ਗੁਰ ਕੇ ਚਰਨ ਬਸੇ ਮੇਰੇ ਹੀਰੇ, ਸੰਗ ਪੁਨੀਤਾ ਦੇਹੀ। ਇਹ ਸਾਡੇ ਮਨ 'ਚ ਬਸਣਾ ਗਿਆਨ ਗੁਰ ਸ਼ਬਦ ਦਾ। ਫਿਰ ਅੰਦਰਲੀ ਦੇਹ ਦਾ ਸਾਨੂੰ ਦਰਸ਼ਨ ਹੋਣਾ, ਅੰਤਰਾਤਮਾ ਦਾ। ਅਤਰੀਬ ਦੁਨੀਆ ਨੂੰ ਆਪਾਂ ਜਾਣਾ ਵਾ। ਆਪਾਂ ਬਾਹਰ ਫਿਰਦੇ ਹਾਂ ਭਟਕਦੇ, ਬਿਨ ਨਾਮੇ ਚੱਕ ਕਮਲਾ ਫਿਰੇ। ਸਿਮਲ ਰੁੱਖ ਸਰੈਰਾ ਅਤ ਦੀਰਘਤ ਮੂਚ, ਉਹ ਜੇ ਆਵੇ ਆਸ ਕਰ ਜਾਏ ਨਿਰਾਸੇ ਕੇ। ਤੇ ਨਿਰਾਸੇ ਮੁੜ ਜਾਂਦੇ ਨੇ, ਪਰ ਇੱਥੋਂ ਨਿਰਾਸ਼ਾ ਕੋਈ ਨਹੀਂ ਮੁੜਦਾ ਹੈਗਾ। ਇਹ ਤਾਂ ਘਰ ਪਹੁੰਚ ਜਾਣਾ ਆਪਾਂ। ਜਿਨੀ ਨਾਮ ਤੇ ਆਇਆ ਗਏ ਮੁਸੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਨਾਲ ਉਹਨਾਂ ਦੇ ਨਾਲ ਤਾਂ ਕਿੰਨੇ ਹੋਰ ਨਿਕਲ ਜਾਂਦੇ ਨੇ। ਸਰੀਰ 'ਚ ਰਹਿੰਦਿਆਂ ਹੀ ਆਪਾਂ ਆਪਦੇ ਘਰ ਪਹੁੰਚ ਜਾਣਾ ਦੇਵਲੋਕ। ਧਿਆਨ ਨਹੀਂ ਜਾਣਾ ਉੱਥੇ ਭਾਈ। ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ। ਉੱਚੀ ਉੱਚੀ ਜਾਤੀ ਉੱਚੇ ਰੁਤਬੇ ਉੱਥੇ ਥੋੜ੍ਹੀ ਜਾਂਦੇ, ਤਾਂ ਸਰੀਰ ਦੇ ਨਾਲ ਹੀ ਸਮਾਪਤ ਹੋ ਜਾਂਦਾ। ਜਦੋਂ ਕਾਲ ਆਉਂਦਾ ਇੱਕ ਨਹੀਂ ਚੱਲਦੀ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਇੱਕ ਨਹੀਂ ਚੱਲਦੀ ਹੈਗੀ। ਆਓ ਸਾਰੇ ਮਿਲ ਕੇ ਆਪਾਂ ਇਹਨੂੰ ਵਿਚਾਰਦੇ ਰਹੀਏ, ਗੁਰੂ ਦੇ ਚਰਨ ਫੜੀਏ, ਬਾਣੀ ਇਹਦੇ ਨਾਲ ਜੁੜੀਏ। ਗੁਰੂ ਘਰਾਂ ਜਾ ਕੇ ਵੀ, ਧਾਰਮਿਕ ਸਮਾਗਮਾਂ 'ਤੇ ਕਿਤੇ ਵੀ ਜਾਈਏ, ਗੁਰ ਸ਼ਬਦ ਕਰਨੀ ਧਿਆਨ ਰੱਖੀਏ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਨੀ ਕਰਨਾ। ਧਰਨੀ ਨਹੀਂ ਕਰਨੀ ਦੂਜੀ ਤਾਂ ਗੁਰੂ ਤੋਂ ਬਿਨਾਂ, ਫਿਰ ਪਾਰ ਨਿਕਲਾਂਗੇ। ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨਾ ਆਵੇ ਪੱਤ। ਨਾ ਉਹਦੇ ਫੁੱਲ ਨਾ ਫਲ, ਪੱਤੇ ਕੋਈ ਕੰਮ ਨਹੀਂ ਆਉਂਦਾ। ਇਵੇਂ ਸਾਡੀ ਜਿਹੜੀ ਮੱਤ ਹੁੰਦੀ ਹੈ, ਜਦੋਂ ਕਾਲ ਆਉਂਦਾ, ਕਹੋ ਕਬੀਰਤਾ ਵਹੀ ਨਰ ਜਾਗੇ, ਜਬ ਜਮ ਕਾ ਡੰਡ ਮੂੰਹ ਮੇ ਲਾਗੇ। ਕੁਛ ਕੰਮ ਨਹੀਂ ਆਉਂਦਾ। ਹੱਥਾਂ ਜੋੜੀ ਕਰਦਾ ਭਗਤ ਕਬੀਰ ਜੀ ਸਮਝਾਉਂਦੇ ਆ, ਕਰੂੰ ਅਰਦਾਸ ਕਹੂੰ ਕਿਸ ਵਾਕੀ ਲਿਹੋ ਨਵੇਰ, ਆਜ ਕੀ ਰਾਤੀ। ਉਹ ਕਹਿੰਦਾ ਇੰਨੇ ਸਾਲ ਦਾ ਤੇਰਾ ਨਹੀਂ ਨਿਬੜੇ, ਹੁਣ ਇੱਕ ਰਾਤ ਨਾਲ ਕੀ ਨਿਬੜਨਾ। ਅੱਗੋਂ ਕੀ ਹੁਕਮ ਹੁੰਦਾ? ਅਮਲ ਸਰਾਨੋ ਲੇਖਾ ਦੇਣਾ, ਤੈਂ ਅਮਲ ਨਹੀਂ ਕੀਤਾ, ਆਏ ਕਠਣ ਜਮਦੂਤ ਲੈਣਾ। ਚੱਲ ਹੁਣ ਤਿਆਰੀ ਕਰ ਆਵੇ। ਇੰਨਾ ਟਾਈਮ ਕਿੱਥੇ ਹੁੰਦਾ ਵਾ? ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗੇ ਕਾ ਆਇਆ। ਹੁਕਮ ਆਇਆ ਸੀ, ਐਵੇਂ ਥੋੜ੍ਹੀ ਤੈਨੂੰ ਹੁਕਮ ਕੱਟ ਹੈ ਭਾਈ, ਫਿਰ ਨਹੀਂ ਉਹ ਮੁੜਦਾ। ਸੰਸਾਰ 'ਚ ਕਿੰਨੀ ਵੀ ਆਪਣੀ ਲੋੜ ਹੈ, ਬਸ ਸਮਾਂ ਆ ਗਿਆ, ਫਿਰ ਕੋਈ ਨਹੀਂ ਰੋਕ ਸਕਦਾ। ਬਾਣੀ ਉਹ ਤੋਂ ਤਾਂ ਮੁਕਤ ਕਰਾਉਂਦੀ ਆ ਆਪਾਂ ਨੂੰ ਕਾਲ ਤੋਂ ਭਾਈ। ਫਿਰ ਆਪਾਂ ਫਿਰ ਉਹ ਉਖਲੀ ਸਿਰ ਦਿੰਦੇ ਹਾਂ, ਦਲਦਲ ਦੇ ਵਿੱਚ ਉਹਨੂੰ ਜਾਂਦੇ ਹਾਂ, ਲਾਲਚੀ ਹੈ। ਕੰਮ ਨਾ ਆਵੇ ਪੱਤ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ। ਇਹ 'ਚੋਂ ਗੁਣ ਪੈਦਾ ਹੋਣੇ ਆ ਭਾਈ, ਗੁਰ ਸ਼ਬਦ 'ਚੋਂ। ਉੱਥੋਂ ਗੁਣ ਕੋਈ ਪੈਦਾ ਨਹੀਂ ਹੋਣਾ, ਹੰਕਾਰ ਪੈਦਾ ਹੋਣਾ। ਅਨਕ ਤਪੱਸਿਆ ਕਰੇ ਹੰਕਾਰ। ਜਿੰਨੇ ਧਰਮ ਕਰਮ ਕਰਦੇ ਹਾਂ ਸਾਰੇ ਸਰੀਰ ਕਰਕੇ ਲੋਭੀ ਆ। ਗੁਣ ਚੰਗਿਆਈਆਂ ਤੱਤ, ਗੁਣ ਪੈਦਾ ਹੋਣੇ ਇੱਥੇ। ਕਿਹੜੇ ਗੁਣ ਪੈਦਾ ਹੋਣੇ? ਇਹ ਆਤਮਾ ਦੇ ਗੁਣ ਨੇ। ਜਿਹੜੇ ਬਾਹਰਲੇ ਸਾਡੇ ਹੈਗੇ ਮਾਇਆ ਦੇ, ਉਹ ਸਰੀਰ ਕਰਕੇ ਨੇ। ਇਹ ਆਤਮਾ ਦਾ ਗੁਣ ਹੈ ਪਹਿਲਾ, ਨਿਰਭਉ, ਭੈ ਤੋਂ ਮੁਕਤੀ। ਫਿਰ ਕੀ ਹੋਣਾ? ਨਿਰਵੈਰ, ਸੰਸਾਰ ਨਾਲ ਬੈਰ ਵਿਰੋਧ ਖਤਮ, ਮਨ ਜੀਤੇ ਜਗ ਜੀਤ।
ਫਿਰ ਕਾਲ ਤੋਂ ਮੁਕਤ, ਫਿਰ ਅਜੂਨੀ ਸਰੀਰ 'ਚ ਰਹਿੰਦੇ ਰਹਿੰਦੇ ਅਜੂਨੀ ਹੋ ਜਾਣਾ, ਸਰੀਰ ਦਾ ਮੋਹ ਛੱਡ ਦੇਣਾ, ਆਪਦੇ ਘਰ ਪਹੁੰਚ ਜਾਣਾ, ਧਿਆਨ ਨਹੀਂ ਜਾਣਾ ਉੱਥੇ ਭਾਈ। ਬਾਣੀ ਉਹੀ ਤਾਂ ਗਿਆਨ ਕਰਾ ਰਹੀ ਆਪਾਂ ਨੂੰ, ਯੁੱਗ ਮੇ ਇੱਕ ਇੱਕ ਆਇਆ ਜਨਮਤ ਮੋਹਿਆ ਮੂਹਣੀ ਮਾਇਆ, ਮਾਇਆ ਨੇ ਮੋਹ ਲਿਆ, ਇੱਕ ਹੁਣ ਆਏ ਆ, ਹੁਣ ਫਿਰ ਆਪਾਂ ਗੁਰੂ ਦੀ ਕਿਰਪਾ ਲੈ ਕੇ ਆਪਦੇ ਘਰ ਚਲੇ ਜਾਣਾ ਵਾ। ਪਰ ਆਪਦੀ ਮੱਤ ਨਾਲ ਤਾਂ ਜਾ ਨਹੀਂ ਸਕਦੇ, ਗੁਰ ਕੀ ਮੱਤ ਲੈ ਕੇ ਜਾਣਾ ਆਪਾਂ। ਜਿੰਨੀਆਂ ਸੰਸਾਰ ਦੀਆਂ ਮੱਤਾਂ ਆਪਾਂ ਦੇਖਦੇ ਹਾਂ, ਆਸਾ ਦੀ ਵਾਰ ਅੱਗੇ ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ, ਨਾਨਕ ਮਤੀ ਮਿਥਿਆ, ਸਾਰੀਆਂ ਟਾਈਮ ਬੌਂਡ ਨੇ ਇਹ, ਸਾਰੀਆਂ ਮਿਥਿਆ ਝੂਠੀਆਂ ਨੇ। ਹਾਂ, ਇਹ ਆਪਾਂ ਪ੍ਰਾਪਤੀ ਕਰਨੀ ਹੈ। ਗੁਰ ਸ਼ਬਦ ਵਿੱਚ ਗਿਆਨ ਪੈਦਾ ਹੋਣਾ ਪਹਿਲਾ ਪਦਾਰਥ ਹੈ, ਫਿਰ ਆਪਾਂ ਨੂੰ ਸੰਤੋਖ ਮੁਕਤੀ, ਫਿਰ ਆਪਣੀ ਭਗਤੀ ਸ਼ੁਰੂ ਹੋਣੀ ਆ। ਇਹ 'ਚ ਗੁਣ ਪੈਦਾ ਹੋਣੇ ਆ, ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੇ ਗਿਆਨ ਪ੍ਰਾਪਤ ਹੋਏ, ਫਿਰ ਸਾਡਾ ਕਾਲ ਤੋਂ ਖਹਿੜਾ ਛੁੱਟੂਗਾ। ਇਹ ਗੁਣਾਂ ਦੀ ਪ੍ਰਾਪਤੀ ਕਰਨੀ ਹੈ, ਇਹ ਆਤਮਾ ਦੇ ਗੁਣ ਨੇ। ਗੁਣ ਚੰਗਿਆਈਆਂ ਤੱਤ ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਈ। ਸੰਸਾਰ ਦਾ ਜਿਹੜਾ ਹੈਗਾ ਵਿੱਚ ਜੋ ਵੀ ਮੱਤਾਂ ਦਾ ਅਲੱਗ-ਅਲੱਗ ਚੇਲੇ ਚਟਕੇ, ਉਹਨਾਂ ਦੇ ਸ਼ਰਧਾਲੂ, ਉਹ ਗੁਰੂਆਂ ਦੀ ਪੂਜਾ ਕਰਦੇ ਨੇ, ਆਰਤੀਆਂ ਵੀ ਉਤਾਰਦੇ ਨੇ, ਬੜਾ ਕੁਛ ਹੁੰਦਾ ਵਾ। ਉਹ ਅੱਗੇ ਜਾ ਕੇ ਝੁਕਦੇ ਨੇ, ਉਹਨਾਂ ਦੇ ਨੀਵੇਂ ਹੋ ਜਾਂਦੇ ਨੇ। ਪਰ ਸੰਸਾਰ ਹੈ ਇਹ, ਸਾਰਾ ਹੀ ਵੱਡਾ ਬਣਨਾ ਚਾਹੁੰਦਾ ਹੈ, ਕੋਈ ਨੀਵਾਂ ਤਾਂ ਹੋਣਾ ਚਾਹੁੰਦਾ ਹੀ ਨਹੀਂ। ਉਹੀ ਸਤਿਗੁਰ ਸਮਝਾਉਂਦੇ ਨੇ, ਸਭ ਕੋ ਨਿਵੇ ਆਪ ਕੋ, ਸਾਰੇ ਮੇਰੇ ਅੱਗੇ ਆ ਕੇ ਝੁਕਣ, ਸਾਰੇ ਮੈਨੂੰ ਮੰਨਣ। ਰਾਜੇ ਦੀ ਵੀ ਇਹੀ ਇੱਛਾ ਹੁੰਦੀ ਹੈ, ਧਰਮ ਗੁਰੂਆਂ ਦੀ ਵੀ ਇਹੀ ਇੱਛਾ ਹੁੰਦੀ। ਸਾਡੇ ਇੱਥੇ ਸਿੱਖ ਗੁਰਮਤਿ 'ਚ ਨਹੀਂ ਹੈਗੀ ਭਾਈ ਇਹ। ਗੁਰਮਤਿ ਦੇ ਵਿੱਚ ਤਾਂ ਆਓ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਸਾਰੇ ਹੀ ਉਹਦੇ ਭਾਈ। ਇੱਕ ਉਸ ਪਿਤਾ ਇੱਕ ਸਕੇ ਹਮ ਬਾਰਕ, ਬਾਣੀ ਤਾਂ ਇੱਕ ਕਰਦੀ ਹੈ ਭਾਈ। ਇੱਥੇ ਤਾਂ ਇੱਕ ਦੂਜਾ ਹੈ ਹੀ ਨਹੀਂ ਗਾ। ਬਾਣੀ ਤਾਂ ਬੈਰ ਵਿਰੋਧ ਖਤਮ ਕਰਦੀ ਹੈ, ਏਕਤਾ ਕਰਾਉਂਦੀ ਹੈ। ਕਰਨੀ ਆਪੋ ਆਪਣੀ, ਕਹੇ ਨੇੜੇ ਕਹੇ ਦੂਰ, ਕਰਨੀ ਕਰਕੇ ਆਪਾਂ ਦੂਰ ਹੈ। ਜੇ ਹੁਣ ਆਪਾਂ ਗੁਰੂ ਅਨੁਸਾਰੀ ਹੋ ਗਏ, ਆਪਾਂ ਨੇੜੇ ਹੋ ਜਾਣਾ ਵਾ। ਜੇ ਆਪਦੀ ਮੱਤ ਨਾਲ ਚੱਲਦੇ ਰਹੇ, ਫਿਰ ਆਪਣੇ ਪਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਏ, ਗੁਰ ਕੇ ਪਾਣੇ ਜੋ ਚੱਲੇ ਭਾਈ, ਉਹ ਤੋਂ ਬੈਠਾ ਹੈ। ਫਿਰ ਆਪਦੇ ਘਰ ਪਹੁੰਚ ਜਾਵਾਂਗੇ। ਜੇ ਆਪਦੇ ਪਾਣੀ ਚੱਲਦੇ, ਫਿਰ ਜੰਮਣ ਮਰਨ ਚਲੇ ਜਾਵਾਂਗੇ। ਹਰ ਜੋ ਹੀਰਾ ਸਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸੱਚ ਪਾਖੇ ਰਵਿਦਾਸ। ਰਵਿਦਾਸ ਜੀ ਕਹਿੰਦੇ ਨੇ ਨਰਕਾਂ ਨੂੰ ਚਲੇ ਜਾਓਗੇ ਭਾਈ। ਇਹ ਹਰ ਕਥਾ ਹੈ, ਇਹਨੂੰ ਸੁਣਨਾ ਵਾ, ਇਹ 'ਚੋਂ ਗਿਆਨ ਪੈਦਾ ਹੁੰਦਾ ਹੈ। ਜਿਹੜੇ ਆਤਮਾ ਸੁਣਨਗੀਆਂ, ਗੁਰਸਿੱਖ ਸੁਣਨਗੇ, ਉਹ ਅਮਰ ਹੋ ਜਾਣਗੇ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰ ਦੁੱਖ ਲੱਥਾ। ਨਾਮ ਬਾਰੇ ਸੁਣਦੇ ਸਮਝਦੇ ਸਾਡੇ ਸੰਸਾਰੀ ਦੁੱਖ ਖਤਮ ਹੋ ਜਾਣੇ ਭਾਈ। ਸਾਚੇ ਨਾਮ ਕੀ ਲਾਗੇ ਭੁੱਖ। ਪਰ ਅਸੀਂ ਤਾਂ ਜਾਂਦੇ ਹਾਂ ਸਿਮਲ ਰੁੱਖ ਸਰਿਆਰਾ, ਜਿਹੜੇ ਵੱਡੇ ਵੱਡੇ ਉੱਧਰ ਨੂੰ ਜਾਂਦੇ ਹਾਂ, ਉੱਥੋਂ ਧੋਖਾ ਖਾ ਜਾਂਦੇ ਹਾਂ ਅਸੀਂ। ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਈ। ਧਰ ਤਰਾਜੂ ਤੋਲੀਏ ਨਿਵੇ ਸੁਗੋਰਾ ਹੋ। ਜੋ ਤਰਾਜੂ ਤਕੜੀ 'ਤੇ ਤੋਲਦੇ ਆ, ਫਿਰ ਉੱਧਰ ਕਹਿੰਦੇ ਵੀ ਇੱਧਰ ਜਿਹੜਾ ਨੀਵਾਂ ਉਹਨੂੰ ਉੱਚਾ ਮੰਨਦੇ ਹਾਂ ਆਪਾਂ। ਆਪ ਨਹੀਂ ਨੀਵਾਂ ਹੋਣਾ ਚਾਹੁੰਦਾ ਕੋਈ ਭਾਈ। ਬਾਣੀ ਵਿੱਚ ਨੀਵਾਂ ਹੋਣਾ ਆਪਾਂ ਨੂੰ ਸਮਝਾਉਂਦੀ ਹੈ ਬਾਣੀ। ਨੀਵਾਂ ਹੋਈ ਨਿਮਾਣਾ ਜਗ ਰਹੇ। ਨੀਵਾਂ ਹੋਣ ਦੀ ਕੋਈ ਲੜਾਈ ਨਹੀਂ ਹੁੰਦੀ, ਵੱਡੇ ਬਣਨ ਦੀ ਲੜਾਈ ਹੁੰਦੀ ਹੈ ਭਾਈ। ਜਿਵੇਂ ਜਿਵੇਂ ਗਿਆਨ ਵਧੀ ਜਾਂਦਾ, ਮਨ ਬੁੱਧੀ ਨੀਵੇਂ ਹੋ ਜਾਂਦੇ ਨੇ। ਨੀਵੇਂ ਤੋਂ ਭਾਵ ਆ ਜਿਹੜਾ ਆਪਣਾ, ਜਿਹਨੂੰ ਦਸਵਾਂ ਦੁਆਰ ਕਹਿੰਦੇ ਆ, ਇਹ ਤ੍ਰਿਕੁਟੀ ਹੈ। ਇਹ ਤੋਂ 3 ਲੋਕਾਂ ਦਾ ਗਿਆਨ ਪੈਦਾ ਹੁੰਦਾ ਹੈ। ਜਦੋਂ ਸੁੱਤੇ ਅਸੀਂ ਉੱਠਦੇ ਹਾਂ, ਸਾਡੀ ਸੁਰਤ ਸਿੱਧੀ ਬ੍ਰੇਨ 'ਚ ਆ ਜਾਂਦੀ ਹੈ, ਅਤੇ ਕਲਪਨਾ ਸ਼ੁਰੂ ਹੋ ਜਾਂਦੀ ਹੈ। ਗਿਆਨ ਨਾਲ ਇੱਥੋਂ ਮਨ ਬੁੱਧੀ ਤਿਆਗ ਕਰਕੇ ਹਿਰਦੇ ਚਲੇ ਜਾਂਦੇ, ਅੰਦਰ ਚਲੇ ਜਾਂਦੇ। ਦਸਵਾਂ ਦੁਆਰ ਜਿਹਨੂੰ ਬਾਣੀ ਵਿੱਚ ਕਿਹਾ ਗਿਆ, ਉਹੀ ਤਾਂ ਦੇਵ ਲੋਕ ਹੈ। ਉਹ ਧਿਆਨ ਦਾ ਵਿਸ਼ਾ ਸਾਰਾ। ਨਿਵੇ ਸੋ ਗੌਰਾ ਹੋਏ। ਅਪਰਾਧੀ ਦੂਣਾ ਨਿਵੇ ਜੋ ਹੱਥਾਂ ਵਿਰਗਾਏ। ਸੰਸਾਰ ਦੇ ਰਾਜ ਪਾਟ ਵਾਲੇ ਧਰਮ ਗੁਰੂ ਬੜੇ ਹੱਥ ਜੋੜਦੇ ਨੇ ਆ ਕੇ। ਸਤਿਗੁਰ ਸਮਝਾਉਂਦੇ ਨੇ, ਕਿਉਂ ਭਾਈ ਹੱਥ ਕਿਉਂ ਜੋੜਦੇ ਆ? ਤੁਸੀਂ ਕੀ ਅਪਰਾਧ ਕਰਤਾ? ਤੁਸੀਂ ਤਾਂ ਲੋਕਾਂ ਦਾ ਭਲਾ ਕਰਨ ਆਏ ਆ। ਪਰ ਲੋਕ ਸਮਝਦੇ ਨਹੀਂ ਨਾ ਕਿਉਂ ਹੱਥ ਜੋੜਦੇ ਨੇ। ਨੌਵੇਂ ਪਾਸਾ ਸਮਝਾਉਂਦੇ ਨੇ, ਸਾਨੂੰ ਨਹੀਂ ਸਮਝ ਆਉਣੀ। ਸੋ ਡਰੇ ਜਿਨ ਪਾਪ ਕਮਾਤੇ ਰਾਮ। ਉਹ ਡਰਦੇ ਨੇ, ਪਾਪ ਕੀਤਾ ਉਹਨਾਂ ਨੇ, ਗਲਤ ਗਾਈਡ ਕਰ ਰਹੇ। ਅੰਦਰ ਉਹਨਾਂ ਦੇ ਭੈ ਹੁੰਦਾ। 3 ਮੁੱਖ ਨਾਮ ਜਾਂ ਉਪਜੇ ਅੰਤਰ ਵਿਆਪੇ ਚੋਰ ਜੀਓ। ਭੈ ਹੁੰਦਾ ਉਹਨਾਂ ਦੇ ਅੰਦਰ। ਝੂਠ ਬੋਲਦੇ ਨੇ, ਉਹ ਅਪਰਾਧੀ ਨੇ। ਪਿੱਛੇ ਆਪਾਂ ਵਿਚਾਰਿਆ ਹੀ ਆ, ਪੜ੍ਹਿਆ ਹੋਵੇ ਗੁਨੇਗਾਰ। ਦੇਖਦੇ ਹਾਂ ਸਜ਼ਾ ਕਿਵੇਂ ਮਿਲਦੀ ਹੈ, ਫਿਰ ਕੀ ਹਾਲ ਹੋ ਰਿਹਾ ਅੱਜ ਸੰਸਾਰ ਦਾ। ਪਰ ਆਪਾਂ ਨਹੀਂ ਇਹ ਕਮਾਈ ਕਰਨੀ, ਆਪਾਂ ਗੁਰ ਕੇ ਚਰਨ ਫੜਨੇ ਬਾਣੀ। ਅਪਰਾਧੀ ਦੂਣਾ ਨਿਵੇਂ ਜੋ ਹੱਥਾਂ ਵਿਰਗਾਏ। ਜਿਵੇਂ ਸ਼ਿਕਾਰ ਕਰਦੇ ਨੇ, ਉਹ ਵੀ ਨੀਵੇਂ ਹੋ ਕੇ ਕਰਦੇ ਨੇ। ਇਵੇਂ ਧਰਮ ਗੁਰੂ ਆਪਦੇ ਆਪ ਨੂੰ ਵੱਡੇ ਵੱਡੇ ਕਹਾਉਣ ਵਾਲੇ ਕਿਵੇਂ ਹੱਥ ਜੋੜਦੇ ਨੇ, ਅਪਰਾਧ ਕਰਦੇ ਨੇ। ਉਹ ਹੱਥਾਂ ਵਿਰਗਾਏ ਸੀਸ ਨਵਾਈਏ ਕਿਆ ਥੀਏ।
ਜਾਂ ਹਿਰਦੇ ਕੁਸਲ ਦੇ ਸਤਿਗੁਰ ਸਮਝਾਉਂਦੇ ਨੇ ਵੀ ਭਾਈ ਤੇਰਾ ਝੁਕਿਆ ਹੋਇਆ, ਤੇਰਾ ਪਖੰਡ ਕੀ ਇਹਦਾ, ਕਿਹਨੂੰ ਸਿਖਾ ਰਿਹਾ ਤੂੰ? ਉਹ ਵੇਖੇ, ਉਹਨਾਂ ਨਜ਼ਰ ਨਾ ਆਵੇ, ਕੁਦਰਤ ਤੈਨੂੰ ਦੇਖ ਰਹੀ ਹੈ। ਉਹ ਤੂੰ ਕਿੱਥੇ ਭੱਜੇਗਾ? ਤੂੰ ਕਿੱਧਰ ਭੱਜਾਂਗੇ? ਸਾਰੀ ਸ੍ਰਿਸ਼ਟੀ ਤੋਂ ਉਹਨੇ ਬੰਨ੍ਹ ਕੇ ਰੱਖੀ ਹੋਈ ਹੈ ਭਾਈ, ਸਗਲ ਸਮਗਰੀ ਆਪਣੀ ਸੂਤਰ ਧਾਰੀ, ਕੋਈ ਵੀ ਨਹੀਂ ਬਚ ਸਕਦਾ ਉਹ ਤੋਂ। ਅਸੀਂ ਸੰਸਾਰੀ ਜੀਵ ਹਾਂ, ਸਾਨੂੰ ਸੱਚ ਦਾ ਗਿਆਨ ਨਹੀਂ ਹੁੰਦਾ, ਅਸੀਂ ਭਟਕ ਜਾਂਦੇ ਹਾਂ, ਫਸ ਜਾਂਦੇ ਹਾਂ। ਗੁਰ ਸ਼ਬਦ ਦੇ ਗਿਆਨ 'ਚੋਂ ਆਪਾਂ ਨੂੰ ਪ੍ਰਾਪਤੀ ਹੋਣੀ। ਆਪਾਂ ਹਰ ਇੱਕ ਸਲੋਕ, ਪੌੜੀ, ਅਸ਼ਟਪਦੀ ਵਿਚਾਰਦੇ ਹਾਂ ਵੀ ਸਾਡਾ ਟਾਰਗੇਟ ਕੀ ਹੈ। ਟਾਰਗੇਟ ਗੁਰਬਾਣੀ ਦਾ 4 ਪਦਾਰਥ ਆਪਾਂ ਪ੍ਰਾਪਤ ਕਰਨੇ ਨੇ। ਸਭ ਤੋਂ ਪਹਿਲਾ ਪਦਾਰਥ ਆਪਣਾ ਜੀਵਨ ਦੀ ਸ਼ੁਰੂਆਤ ਜਿਹੜੀ ਹੈਗੀ ਆ ਉਹ ਗਿਆਨ ਹੈ। ਇਹ 'ਚੋਂ ਗਿਆਨ ਹੁੰਦਾ ਗੁਰ ਸ਼ਬਦ 'ਚੋਂ। ਗਿਆਨ ਕਾ ਬੱਧਾ ਮਨ ਰਹੇ, ਫਿਰ ਮਨ ਟਿਕ ਜਾਂਦਾ ਹੈ ਭਾਈ। ਉਹ ਗਿਆਨ ਦੀ ਪ੍ਰਾਪਤੀ ਹੋਣੀ ਹੈ, ਫਿਰ ਮਨ ਸੰਤੋਖ 'ਚ ਆ ਜਾਂਦਾ। ਦੂਜਾ ਆਪਣਾ ਪਦਾਰਥ ਹੈ ਮੁਕਤੀ। ਫਿਰ ਮਨ ਬੁੱਧੀ ਸੰਸਾਰ ਸਰੀਰ 'ਚ ਰਹਿੰਦੇ ਰਹਿੰਦੇ ਦੇਵਲੋਕ ਚਲੇ ਜਾਂਦੇ। ਫਿਰ ਇਹਦੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਨਾਮ ਕੀ ਹੈ? ਹੁਕਮ। ਨਾਮੇ ਉਤਪਤ ਨਾਮੇ ਪਰਲੋ। ਨਾਮ ਨਾਲ ਤਾਂ ਸ੍ਰਿਸ਼ਟੀ ਪੈਦਾ ਹੁੰਦੀ ਹੈ, ਨਾਮ ਨੇ ਸਮਾਪਤੀ ਹੁੰਦੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਉਹ ਤਾਂ ਹੁਕਮ ਹੈ ਭਾਈ, ਉਹੀ ਤਾਂ ਕੁਦਰਤ ਹੈ, ਉਹਦਾ ਦਰਸ਼ਨ ਕਰਨਾ ਹੈ। ਤੂੰ ਕਾਹੇ ਡੋਲੇ ਪ੍ਰਾਣੀ ਹੈ, ਤੂੰ ਰਾਖੇਗਾ ਸਿਰਜਣਹਾਰ, ਜਿਹਨੂੰ ਪਾਈ ਮੇਦ ਨਹੀਂ ਸੋਈ ਕਰਦਾ ਸਾਰ। ਉਹੀ ਤਾਂ ਹੈ ਭਾਈ ਸਾਰੀ ਸ੍ਰਿਸ਼ਟੀ ਦਾ ਪਾਲਕ, ਸਰਵ-ਵਿਆਪੀ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੇ ਜਨ ਤੋ ਪਾਏ। ਤਿੰਨਾਂ ਵੀ ਰੋਜੀ ਤੇ ਸਾਰਿਆਂ ਨੂੰ ਦੇ ਰਿਹਾ। ਸੈਲ ਪੱਤਰ ਮੇ ਜਨ ਤੋ ਪਾਏ, ਤਾਂ ਕਾ ਰਿਜਕਾ ਕੇ ਧਰਿਆ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿੰਦੇ ਤੋਟ ਨਾ ਆਗੀ, ਅਗਨਤ ਭਰੇ ਭੰਡਾਰ। ਸਤਿਗੁਰ ਸਮਝਾਉਂਦੇ, ਉਹਦੇ ਕੋਈ ਕਮੀ ਹੀ ਨਹੀਂ ਕੋਈ ਭਾਈ। ਦਾਤਾ ਇੱਕ ਹੀ ਹੈ, ਪਰ ਫਿਰ ਵੀ ਸਮਝਦੇ ਨਹੀਂ ਅਸੀਂ। ਪਰ ਐਂ ਸਾਡਾ ਜੀਵਨ ਨਿਕਲ ਜਾਂਦਾ ਉਹ ਸਿਮਲ ਰੁੱਖ ਸੁਨਿਆਰੇ ਵਾਂਗ। ਵੱਡੇ ਦੇਖ ਕੇ ਅਸੀਂ ਫਸ ਜਾਂਦੇ ਹਾਂ ਵੀ ਸਾਨੂੰ ਵੀ ਖਾਣੀ ਇਹੀ ਪ੍ਰਾਪਤੀ ਹੋਊਗੀ। ਬਸ ਸਾਡਾ ਜਿਹੜਾ ਸੰਸਾਰ 'ਤੇ ਆਉਣਾ ਨਿਸਫਲ ਹੋ ਜਾਂਦਾ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਤਿਗੁਰਾਂ ਦੇ ਵਚਨ ਦੀ ਕਮਾਈ ਕਰੀਏ। ਸਾਨੂੰ ਗੁਰ ਸ਼ਬਦ 'ਚੋਂ ਗਿਆਨ ਹੋਊਗਾ, ਫਿਰ ਮੁਕਤੀ ਮਿਲੂਗੀ। ਫਿਰ ਸੰਤੋਖ ਤੋਂ ਬਾਅਦ ਸਾਡਾ ਸੰਸਾਰ 'ਚੋਂ ਖਹਿੜਾ ਛੁੱਟ ਜਾਂਦਾ। ਭੈ ਤੋਂ ਮੁਕਤ, ਨਿਰਵੈਰ, ਕਾਲ ਮੂਰਤ, ਅਜੂਨੀ, ਇਹ 4 ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਭਾਈ। ਆਤਮਾ ਆਪਦੇ ਮੂਲ ਪ੍ਰਾਤਮਾ 'ਚ ਲੈ ਹੋ ਜਾਂਦੀ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਮਰੇ। ਸੰਸਾਰ ਉਹਦਾ ਦੁਵਿਧਾ ਖਤਮ ਹੋ ਜਾਂਦੀ। ਆਓ ਸਾਰੇ ਮਿਲ ਕੇ ਆਪਾਂ ਵੀ ਇਹ ਪ੍ਰਾਪਤੀ ਕਰੀਏ, ਆਪਾਂ ਵੀ ਨੀਵੇਂ ਹੋਈਏ। ਵੱਡੇ ਬਣਨ ਦੀ ਸਾਡੀ ਹੈ ਉਮੀਦ। ਸੰਸਾਰ ਕੀ ਵਡਿਆਈਆਂ ਅੱਗੀ ਸੇਤੀ ਜਾਲ, ਇਹ ਜਲਨੀ ਜਗ ਜਾਲਿਆ ਦਿੱਤਾ ਨਾਮ ਵਿਸਾਰ। ਨਾਮ ਦੀ ਪ੍ਰਾਪਤੀ ਖਾਤਰ ਆਪਾਂ ਨੂੰ ਮਨੁੱਖਾ ਦੇਹੀ ਮਿਲੀ ਹੈ। ਨਾਮ ਦੀ ਪ੍ਰਾਪਤੀ ਕਰੀਏ, ਹੁਕਮ ਦਾ ਦਰਸ਼ਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।